ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਦ ਪੰਕਜ ਬੰਦਨ ਪਦ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਬੰਦੋ ਤਰੋ ਤਾਰਾ ਤਰ ਪੁਨ ਪੁਨ ਸ਼ੀਸ਼ਾ, ਪੁਨ ਪੁਨ ਸ਼ੀਸ਼ਾ। ਬੰਦੋ ਵਾਰ ਵਾਰ ਜਗਦੀਸ਼ਾ। ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਕੈ ਜੀਤੈ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ। ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰ। ਧਾਮ ਸੋ ਦੇਖੈ ਖੁਸ਼ ਭਏ ਗੁਰ ਲੈ ਗਏ ਦਾਦੂ ਦਵਾਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੱਜ ਕੇ ਬੈਠੇ ਸਤ ਸੰਗੀ ਜਨੋ ਆਓ ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜੀਏ। ਜਿੰਨੀਆਂ ਵੀ ਸੰਗਤਾਂ ਗੁਰੂ ਕੇ ਪਾਵਨ ਦਰਬਾਰ ਅੰਦਰ ਜੁੜ ਕੇ ਬੈਠੀਆਂ ਨੇ, ਆਓ ਗੁਰੂ ਪਿਆਰਿਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰ। ਧਾਮ ਸੋ ਦੇਖੈ ਖੁਸ਼ ਭਏ ਗੁਰ ਲੈ ਗਏ ਦਾਦੂ ਦਵਾਰ। ਪਿਛਲੇ ਦੀਵਾਨਾਂ ਵਿੱਚ ਆਪਾਂ ਵਿਚਾਰ ਕਰਦੇ ਆ ਰਹੇ ਸੀ ਜੀ, ਲੜੀਵਾਰ ਜਿਹੜਾ ਪ੍ਰਸੰਗ ਚੱਲ ਰਿਹਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾਦੂ ਦੇ ਦੁਆਰੇ ਜਾਂਦੇ ਆ। ਮਹੰਤ ਜੈਤ ਰਾਮ ਨਾਲ ਮੁਲਾਕਾਤ ਹੁੰਦੀ ਹੈ। ਮਹੰਤ ਜੈਤ ਰਾਮ ਦੇ ਜਿੰਨੇ ਚੇਲੇ ਸੀ, ਮਹੰਤ ਜੈਤ ਰਾਮ ਖੁਦ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਅਤੇ ਮਹੰਤ ਜੀ ਦਾ ਜਿਹੜਾ ਡੇਰਾ ਬਣਿਆ ਹੋਇਆ ਸੀ, ਕਹਿੰਦੇ ਉੱਥੇ ਬਾਣੀ ਦਾ ਇੰਨਾ ਪ੍ਰਤਾਪ, ਜਿੰਨੀਆਂ ਵੀ ਸੰਗਤਾਂ ਇਕੱਤਰ ਹੋ ਕੇ ਬੈਠੀਆਂ ਨੇ ਬਾਣੀ ਪੜ੍ਹ ਰਹੀਆਂ ਨੇ, ਬਾਣੀ ਦੇ ਪ੍ਰਤਾਪ ਨਾਲ ਖੁਦ ਮਹੰਤ ਜੈਤ ਰਾਮ ਨੂੰ ਚੱਲ ਕੇ ਆਉਣਾ ਪਿਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ। 7-8 ਇੱਥੇ ਇਤਿਹਾਸਕਾਰ ਲਿਖਦੇ ਨੇ ਜੀ, ਰਤਨ ਸਿੰਘ ਜੀ ਲਿਖਦੇ ਨੇ 7 ਤੋਂ ਲੈ ਕੇ 8000 ਤੱਕ ਸੰਗਤਾਂ ਦਾ ਇਕੱਠ ਦੱਸਿਆ ਲਿਖਿਆ। ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਕਾਫਲਾ ਜੁੜਦਾ ਸੀ ਮਹਾਰਾਜ ਦੀ ਹਜ਼ੂਰੀ ਵਿੱਚ।
ਅਤੇ ਉਸ ਤੋਂ ਬਾਅਦ ਮਹੰਤ ਜੈਤ ਰਾਮ ਜੀ ਕਹਿੰਦੇ ਹਨ ਕਿ ਪਾਤਸ਼ਾਹ ਜੀ, ਇੱਕ ਡੰਗ ਦਾ ਜਿਹੜਾ ਭੋਜਨ ਹੈ ਉਹ ਅਸੀਂ ਨੇ ਛਕਾਉਣਾ ਤੁਹਾਡੀਆਂ ਸੰਗਤਾਂ ਨੂੰ। ਮਹਾਰਾਜ ਨੇ ਕਿਹਾ, ਭਾਈ ਇਹ ਸੰਗਤਾਂ ਦਾ ਕਾਫਲਾ ਬਹੁਤ ਵੱਡਾ ਹੈ, ਸੰਗਤਾਂ ਦੇ ਵਿੱਚ ਸਾਡੇ ਨਾਲ ਬਾਜ, ਹਾਥੀ, ਘੋੜੇ, ਇਹ ਵੀ ਇਹਨਾਂ ਨੇ ਜੋ ਭੋਜਨ ਛਕਣਾ ਇਹਨਾਂ ਦਾ ਭੋਜਨ ਵੱਖਰਾ। ਉਹ ਸਾਰੀ ਵਿਚਾਰ ਅੱਗੇ ਚੱਲਣੀ ਹੈ। ਇਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਮਹੰਤ ਜੈਤ ਰਾਮ ਨਾਲ ਜਿਹੜੀ ਗੋਸ਼ਟੀ ਹੁੰਦੀ ਹੈ, ਮਹੰਤ ਜੈਤ ਰਾਮ ਹੀ ਗੋਦਾਵਰੀ ਦੇ ਕੰਢੇ ਬਾਰੇ ਜਿਹੜਾ ਵਿਚਾਰ ਦੱਸੇਗਾ, ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ। ਅੱਜ ਆਪ ਪੜ੍ਹ ਰਹੇ ਸੀ ਦੋਹਰੇ ਦੇ ਵਿੱਚ, ਅੱਜ ਜਿਹੜਾ ਪ੍ਰਸੰਗ ਸ਼ੁਰੂ ਹੋਇਆ, ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰ, ਧਾਮ ਸੋ ਦੇਖੈ ਖੁਸ਼ ਭਏ ਗੁਰ ਲੈ ਗਏ ਦਾਦੂ ਦਵਾਰ। ਕਹਿੰਦੇ ਭਾਈ ਸਾਹਿਬ ਜੀ ਲਿਖ ਰਹੇ ਨੇ, ਰਤਨ ਸਿੰਘ ਜੀ, ਕਹਿੰਦੇ ਸੰਤ ਸਾਧੂ ਸੰਗਤ ਦਾ ਪ੍ਰਤਾਪ ਸੀ ਜਿਹੜਾ, ਸੰਗਤਾਂ ਦੇ ਪ੍ਰਤਾਪ ਨਾਲ, ਕਹਿੰਦੇ ਗੁਰੂ ਸਾਹਿਬ ਦੇ ਨਾਲ ਜਿਹੜੇ ਬਾਜ ਸੀ ਨਾ, ਮਾਸਾਹਾਰੀ ਜਾਨਵਰ ਸੀ ਜਿਹੜੇ, ਉਹਨਾਂ ਨੇ ਵੀ ਉੱਥੇ ਜਵਾਰ ਦਾ ਜਿਹੜਾ ਹੈ ਭੋਜਨ ਕੀਤਾ। ਉਹਨਾਂ ਨੇ ਜਵਾਰ ਛਕ ਲਿਆ, ਉੱਥੇ ਇਸ ਤਰ੍ਹਾਂ ਨਿਰਵਾਹ ਕਰ ਲਿਆ ਆਪਣਾ। ਅੱਗੇ ਲਿਖ ਰਹੇ ਨੇ, ਧਾਮ ਸਹੋਤੇ ਦੇਖੈ ਸਤਿਗੁਰੂ ਜੀ ਇਹ ਸਭ ਕੁਝ ਵੇਖ ਕੇ ਖੁਸ਼ ਹੁੰਦੇ ਆ, ਮਹਾਰਾਜ ਖੁਸ਼ ਹੁੰਦੇ ਆ। ਕਹਿੰਦੇ ਵੇਖੋ ਆਵਾਜ਼ ਹੋਰ ਮਹਾਰਾਜ ਨਾਲ ਜਿੰਨੇ ਜਿਵੇਂ ਹਾਥੀ ਘੋੜੇ ਸੀ, ਉਹ ਵੀ ਜੋ ਭੋਜਨ ਮਿਲ ਰਿਹਾ ਉਹਨੂੰ ਪ੍ਰਵਾਨ ਕਰ ਰਹੇ ਹਨ। ਇਹ ਸਭ ਕੁਝ ਬਾਣੀ ਦਾ ਪ੍ਰਤਾਪ ਹੈ, ਸੰਗਤ ਦਾ ਪ੍ਰਤਾਪ ਹੈ, ਮਹਾਰਾਜ ਦੱਸ ਰਹੇ ਹਨ। ਚੌਪਈ ਦਾਦੂ ਦਵਾਰ ਕੋ ਦਰਸ ਕਰਾਇਓ ਸਤਿਗੁਰ ਫੂਲਨ ਮੀਂਹ ਬਰਸਾਇਓ। ਕਹਿੰਦੇ ਮਹੰਤ ਜੈਤ ਰਾਮ ਹੁਣ ਉਸ ਜਗ੍ਹਾ 'ਤੇ ਲੈ ਕੇ ਜਾਂਦਾ ਸਤਿਗੁਰੂ ਜੀ ਨੂੰ ਜਿੱਥੇ ਦਾਦੂ ਦਾ ਦੁਆਰਾ ਬਣਿਆ, ਇੱਕ ਸਮਾਧ ਜੀ ਬਣੀ ਹੋਈ ਸੀ। ਕਹਿੰਦੇ ਉਹ ਦੱਸ ਰਿਹਾ ਉਸ ਦਾਦੂ ਦੀ ਸਮਾਧ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਸਾਡੇ ਵੱਡੇ ਸਤਿਪੁਰਸ਼ ਹੋਏ ਆ, ਸਾਡੇ ਵੱਡੇ ਸਤਿਪੁਰਸ਼ਾਂ ਦੀ ਯਾਦਗਾਰ ਵਿੱਚ ਅਸੀਂ ਨੇ ਸਮਾਧ ਬਣਾਈ ਹੈ। ਦਾਦੂ ਦੀ ਸਮਾਧੀ ਜਿਹਨੂੰ ਕਿਹਾ ਜਾਂਦਾ, ਇਹ ਡੇਰਾ ਬਣਿਆ ਉਹਨਾਂ ਦੇ ਨਾਂ 'ਤੇ, ਮਹਾਤਮਾ ਦੇ ਰਹਿਣ ਵਾਸਤੇ ਮਕਾਨ ਬਣਾਏ ਹਨ। ਯਾਨੀ ਸਾਰਾ ਸਥਾਨ ਚੰਗੀ ਤਰ੍ਹਾਂ ਵਿਖਾ ਰਿਹਾ। ਕੌਣ? ਮਹੰਤ ਜੈਤ ਰਾਮ ਜੀ, ਉੱਥੋਂ ਦਾ ਪ੍ਰਬੰਧਕ ਸੀ ਉਸ ਵਕਤ ਦਾ। ਮਹੰਤ ਜੈਤ ਰਾਮ ਜੀ ਸਾਰਾ ਪ੍ਰਬੰਧ ਵਿਖਾ ਰਿਹਾ ਅਤੇ ਸਤਿਗੁਰ ਫੂਲਨ ਮੀਂਹ ਬਰਸਾਇਓ। ਕਹਿੰਦੇ ਸੰਤਾਂ ਦੀ ਮੰਡਲੀ ਨੇ ਜਦੋਂ ਮਹਾਰਾਜ ਦਾਦੂ ਦੇ ਦੁਆਰੇ ਚੱਲ ਕੇ ਆਏ, ਸੰਤਾਂ ਦੀ ਮੰਡਲੀ ਨੇ ਮੀਂਹ ਬਰਸਾਇਆ ਫੁੱਲਾਂ ਦਾ, ਸਤਿਕਾਰ ਦੇ ਵਿੱਚ, ਅਦਬ ਦੇ ਵਿੱਚ। ਉਹ ਜਿਹੜੇ ਸਾਧੂ ਨੇ, ਮਹਾਤਮਾ ਨੇ, ਗੁਰੂ ਸਾਹਿਬ ਦੇ ਅਦਬ ਵਿੱਚ ਖਲੋਤੇ ਹਨ। ਉਹ ਜਿਹੜੇ ਮਹੰਤ ਜੈਤ ਰਾਮ ਦੇ ਚੇਲੇ ਨੇ, ਉਹ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਖਲੋਤੇ ਹਨ। ਧੰਨ ਧੰਨ ਕਹਿਓ ਸੰਤਨ ਪ੍ਰਤਾਪ, ਸੰਤ ਨਿੰਦਕ ਕੋ ਹੋਵੇ ਖਾਪ। ਧੰਨ ਹੈ ਸੰਤਾਂ ਦਾ ਪ੍ਰਤਾਪ, ਧੰਨ ਹੈ ਸੰਤਾਂ ਦਾ ਪ੍ਰਤਾਪ ਕਿ ਸਾਡੇ ਵਾਜਾ ਨੇ ਵੀ ਵੈਸ਼ਨੂੰ ਭੋਜਨ ਪ੍ਰਵਾਨ ਕਰ ਲਿਆ, ਮੋਠ ਵਾਜਰੀ ਛਕ ਲਿਆ। ਕਹਿੰਦੇ ਨੇ ਸੰਤ ਸੰਤ ਹੀ ਹੁੰਦੇ ਨੇ, ਸੰਤਾਂ ਦਾ ਜਸ ਕਰਨਾ ਚਾਹੀਦਾ, ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ। ਸਾਹਿਬ ਜੀ ਫਰਮਾਉਂਦੇ ਨੇ, ਕਹਿੰਦੇ ਸੰਤਾਂ ਦੇ ਨਿੰਦਕਾਂ ਦਾ ਅੰਤ ਵੇਲੇ ਨਾਸ਼ ਹੋ ਜਾਂਦਾ ਹੈ। ਜਿਹੜੇ ਗੁਰਮੁਖ ਪਿਆਰਿਆਂ ਦੀ, ਭਲੇ ਪੁਰਸ਼ਾਂ ਦੀ ਨਿੰਦਿਆ ਕਰਦੇ ਹਨ, ਮਹਾਰਾਜ ਕਹਿੰਦੇ ਨੇ ਭਾਈ ਉਹਨਾਂ ਦਾ ਇੱਕ ਦਿਨ ਨਾਸ਼ ਹੋ ਜਾਂਦਾ ਹੈ। ਕਹਿੰਦੇ ਮਹਾਂਪੁਰਖਾਂ ਦੀ, ਸੰਤਾਂ ਦੀ ਨਿੰਦਿਆ ਜੀਵਨ ਵਿੱਚ ਬਹੁਤ ਵੱਡੀਆਂ ਰੁਕਾਵਟਾਂ ਪਾ ਦਿੰਦੀ ਹੈ। ਸੁਖਮਨੀ ਜੀ ਕੀ ਤੁਕ ਸੋ ਪਰੀ, ਸੰਤ ਕੀ ਮਹਿਮਾ ਥੀ ਜੇ ਧਈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਹੰਤ ਜੀ ਦਾ ਜਿਹੜਾ ਉੱਥੇ ਪ੍ਰਬੰਧ ਨੂੰ ਵੇਖਿਆ ਨਾ, ਜਦੋਂ ਉਹਨਾਂ ਦੇ ਜਿੰਨੇ ਵੀ ਚੇਲੇ ਸੀ ਮਹਾਰਾਜ ਦੀ ਆਮਦ ਵਿੱਚ, ਖੁਸ਼ੀ ਦੇ ਵਿੱਚ ਝੂਮ ਰਹੇ ਨੇ, ਜਦੋਂ ਸਾਰਾ ਮਾਹੌਲ ਗੁਰੂ ਸਾਹਿਬ ਨੇ ਵੇਖਿਆ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ, ਕਲਗੀਆਂ ਵਾਲੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੀ ਇਹ ਤੁਕ ਪੜ੍ਹੀ। ਕਿਹੜੀ ਤੁਕ ਪੜ੍ਹੀ? ਸੰਤ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਨੈ ਤੇਤਾ ਵਖਿਆਨੈ। ਕਹਿੰਦੇ ਭਾਈ ਵੇਦ ਵੀ ਸੰਤਾਂ ਦੀ ਮਹਿਮਾ ਉਨੀ ਕੀ ਕਹਿ ਸਕੇ ਨੇ ਜਿੰਨੀ ਕੁ ਸੁਣੀ। ਸੰਤਾਂ ਦੀ ਮਹਿਮਾ ਅਪਰਪਾਰ ਹੈ, ਉਹ ਲੱਖੀ ਨਹੀਂ ਜਾ ਸਕਦੀ, ਜਾਣੀ ਨਹੀਂ ਜਾ ਸਕਦੀ। ਉਹਨਾਂ ਦੀ ਮਹਿਮਾ ਬਹੁਤ ਵੱਡੀ ਹੈ।
ਮਹਾਰਾਜ ਕਹਿੰਦੇ ਭਾਈ ਹੁਣ ਇਹ ਕਿਹੜੇ ਸੰਤਾਂ ਦੀ ਗੱਲ ਕਰ ਰਹੇ ਆ ਮਹਾਰਾਜ? ਮਹਾਰਾਜ ਭਲੇ ਪੁਰਸ਼ਾਂ ਦੀ। ਜਿਹੜਾ ਸੰਤ ਬਣ ਜਾਂਦਾ ਉਹਨੂੰ ਲਿਖਾਉਣ ਦੀ ਲੋੜ ਨਹੀਂ ਪੈਂਦੀ ਜੀ, ਮੈਂ ਫਲਾਣਾ ਸੰਤ, ਮੈਂ 108, ਮੈਂ ਬ੍ਰਹਮ ਗਿਆਨੀ, ਮੈਂ ਬ੍ਰਹਮਲੀਨ, ਪਤਾ ਨਹੀਂ ਕਿੰਨਾ ਕੁਝ ਹੁੰਦਾ ਜੀ। ਪਰ ਕਹਿੰਦੇ ਸੰਤ ਵਿਰਤੀ ਹੈ, ਉਹ ਕਿਸੇ ਦੀ ਵੀ ਹੋ ਸਕਦੀ ਹੈ। ਸਤ ਸੰਗਤ ਵਿੱਚ ਰਹਿ ਕੇ ਸੰਤਤਾਈ ਵਾਲੇ ਗੁਣ ਆਉਂਦੇ ਆ। ਸਤ ਸੰਗਤ ਵਿੱਚ ਆ ਕੇ ਕੋਈ ਵੀ ਸੰਤ ਦੀ ਉਪਾਧੀ ਨੂੰ ਪ੍ਰਾਪਤ ਕਰ ਸਕਦਾ। ਉਹਦੇ ਲਈ ਸਿਮਰਨ ਕਰਨਾ, ਬੰਦਗੀ ਕਰਨੀ, ਬਾਣੀ ਪੜ੍ਹਨੀ, ਗੁਰੂ ਦੇ ਆਸ਼ੇ ਮੁਤਾਬਕ ਜੀਵਨ ਢਾਲਣਾ, ਸੰਤ ਬਿਰਤੀ ਬਣ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਭਲੇ ਪੁਰਸ਼ਾਂ ਦੀ ਨਿੰਦਿਆ ਕਰਦੇ ਆ ਉਹ ਧਿਰਕਾਰ ਯੋਗ ਨੇ। ਮਹਾਰਾਜ ਕਹਿੰਦੇ ਭਾਈ ਸੰਤ ਕੀ ਮਹਿਮਾ ਵੇਦ ਨਾ ਜਾਣੈ, ਸੰਤਾਂ ਦੀ ਮਹਿਮਾ ਵੇਦ ਵੀ ਨਹੀਂ ਵਿਖਿਆਨ ਕਰ ਸਕੇ। ਜੇਤਾ ਸੁਣਿਆ ਤੇਤਾ ਵਿਖਿਆਨੇ, ਜਿੰਨਾ ਕੁ ਸੁਣਿਆ ਉਹਨਾਂ ਕਹਿ ਦਿੱਤਾ। ਪਰ ਸੰਤਾਂ ਦੀ ਜਿਹੜੀ ਮਹਿਮਾ ਹੁੰਦੀ ਆ ਉਹ ਅਪਰਪਾਰ ਹੁੰਦੀ ਹੈ। ਔਰ ਸੋ ਚਰਚਾ ਪਰਚਾ ਕੀਓ, ਦੋਊ ਵਲਤੇ ਸੁਖ ਸੋ ਲੀਓ। ਕਹਿੰਦੇ ਹੋਰ ਵੀ ਚਰਚਾ ਵੀ ਕੀਤੀ ਮਹਾਰਾਜ, ਚਰਚਾ ਪਰਚਾ, ਵਿਚਾਰ ਵਟਾਂਦਰਾ ਕੀਤਾ ਗੁਰੂ ਸਾਹਿਬ ਨਾਲ। ਵੇਖੋ ਜੀ, ਇਹ ਮਹੰਤ ਜੈਤ ਰਾਮ ਵਰਗੇ ਸਾਧੂ ਬੜੇ ਮਹਾਨ ਸੀ ਜਿਨ੍ਹਾਂ ਨੇ ਮਹਾਰਾਜ ਦਾ ਸੰਗ ਕਰਿਆ। ਇਹ ਸਾਧੂ ਬੜੇ ਪਵਿੱਤਰ ਸੀ, ਅੱਜ ਵਾਲੇ ਨਹੀਂ ਜਿਵੇਂ ਅੱਜ ਅਸੀਂ ਵੇਖਦੇ ਹਾਂ ਜੀ ਭਗਵਾ ਪਹਿਰਾਵਾ ਤਾਂ ਪਾ ਲਿਆ। ਪਰ ਸਾਧ ਬਣਨ ਵਾਸਤੇ ਵੀ ਮਨ ਨੂੰ ਸਾਧਣਾ ਪੈਂਦਾ ਨਾ। ਹਰ ਕੋਈ ਸਾਧੂ ਕਹਾ ਸਕਦਾ ਹੈ, ਪਰ ਸਾਧ ਬਣਨ ਦੇ ਲਈ ਹਰ ਇੱਕ ਪ੍ਰਾਣੀ ਨੂੰ ਆਪਣੇ ਮਨ ਨੂੰ ਸਾਧਣਾ ਪੈਂਦਾ ਹੈ। ਸਾਧ ਕੌਣ ਆ? ਜਿਹਨੇ ਆਪਣੇ ਮਨ ਨੂੰ ਸਾਧ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬਹੁਤ ਕਮਾਲ ਦੇ ਵਿਚਾਰ ਦੇ ਰਹੇ ਨੇ। ਕਹਿ ਰਹੇ ਨੇ ਇਸ ਮਹੰਤ ਜੈਤ ਰਾਮ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵਿਚਾਰ ਵਟਾਂਦਰਾ ਕੀਤਾ, ਵਿਚਾਰਾਂ ਕੀਤੀਆਂ ਗਈਆਂ। ਕਿਹੜੀ ਵਿਚਾਰ ਕੀਤੀ? ਇੱਥੇ ਲਿਖ ਰਹੇ ਨੇ, ਕਹਿੰਦੇ ਔਰ ਸੁਚਰਚਾ ਪਰਚਾ ਕੀਓ, ਦੋ ਵੱਲ ਤੇ ਸੁਖ ਸੋ ਲੀਓ। ਕਹਿੰਦੇ ਦੋਹੀਂ ਪਾਸੀ ਸੁਖ ਪ੍ਰਸੰਨਤਾ ਮਿਲ ਰਹੀ ਹੈ। ਸਤਿਗੁਰੂ ਨੇ ਸੰਤਾਂ ਦੀ ਕਿਰਿਆ ਵੇਖੀ, ਨਿਤਨੇਮ ਆਦਿਕ ਵੇਖਿਆ, ਅਤੇ ਸੰਤਾਂ ਨੇ ਵੀ ਗੁਰੂ ਦੀ ਮਰਿਆਦਾ ਵੇਖੀ। ਦੋਹਾਂ ਪਾਸੇ ਪੂਰਨ ਪੁਰਸ਼ ਨੇ। ਗੁਰੂ ਸਾਹਿਬ ਦੇ ਸਿੱਖ ਵੀ ਪੂਰਨ ਪੁਰਸ਼ ਨੇ, ਅਤੇ ਮਹੰਤ ਜੈਤ ਰਾਮ ਨਾਲ ਜਿਹੜੇ ਚੇਲੇ ਨੇ ਨਾ ਉਹ ਵੀ ਪੂਰੇ ਪੂਰਨ ਪੁਰਸ਼ ਨੇ, ਉਹ ਅਦਬ ਸਤਿਕਾਰ ਕਰਨ ਵਾਲੇ। ਕਹਿੰਦੇ ਦੋਹਾਂ ਪਾਸੇ ਜਦੋਂ ਪ੍ਰਸੰਨਤਾ ਮਿਲੀ, ਖੁਸ਼ੀ ਮਿਲੀ, ਟਿਕਾ ਮਿਲਿਆ, ਕਹਿੰਦੇ ਮਨ ਨੂੰ ਆਨੰਦ ਵਰਸ ਰਿਹਾ ਹੈ। ਮਹੰਤ ਗੱਲ ਇੱਕ ਨਹੀਂ ਸੁਣਾਈ, ਕਿ ਮੈਂ ਗਏ ਥੇ ਹਮ ਉਤਥਾਈ। ਮਹਾਰਾਜ ਨੂੰ ਮਹੰਤ ਜੈਤ ਰਾਮ ਨੇ ਕੁਝ ਨਵੀਆਂ ਗੱਲਾਂ ਦੱਸੀਆਂ, ਕਿਉਂਕਿ ਮਹੰਤ ਜੈਤ ਰਾਮ ਇੱਧਰਲੇ ਇਲਾਕੇ ਦਾ ਜਾਣੂ ਸੀ ਜੀ। ਜਿਹੜਾ ਇਹ ਮਹਾਰਾਸ਼ਟਰ ਦਾ ਇਲਾਕਾ ਨੰਦੇੜ, ਇੱਧਰਲੇ ਇਲਾਕੇ ਗੋਦਾਵਰੀ ਦੇ ਕੰਢੇ ਬਾਰੇ ਆਉਣਾ ਜਾਣਾ ਸੀ ਮਹਾਰਾਜ ਨੂੰ। ਹੁਣ ਉਹ ਸਾਰੀਆਂ ਗੱਲਾਂ ਦੱਸ ਰਿਹਾ। ਮਹੰਤ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜਿੱਧਰਲੇ ਪਾਸੇ ਤੁਸੀਂ ਜਾ ਰਹੇ ਹੋ ਨਾ, ਉੱਧਰਲੇ ਪਾਸੇ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ, ਮੈਨੂੰ ਪਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹੁਣ ਉਹ ਜਿਹੜੀ ਚਰਚਾ ਚੱਲ ਰਹੀ ਹੈ, ਇੱਕ ਨਈ ਗੱਲ ਸੁਣਾਈ, ਨਵੀਂ ਜੀ ਗੱਲ ਦੱਸੀ ਕਿ ਮੈਂ ਗਏ ਇੱਥੇ ਹਮ ਉਤਤਾਈ। ਅਸੀਂ ਵਿਚਾਰ ਵਟਾਂਦਰਾ ਕਰ ਰਹੇ ਨੇ ਮਹੰਤ ਜੈਤ ਰਾਮ ਜੀ। ਸਤਿਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਇੱਧਰ ਕਿਵੇਂ ਗਏ ਸੀ, ਕਿਵੇਂ ਗਏ ਸੀ, ਕੀ ਕਾਰਨ ਗਏ ਸੀ? ਹੁਣ ਵੱਡੀ ਗੱਲ, ਨਵੀਂ ਗੱਲ ਮਹੰਤ ਜੈਤ ਰਾਮ ਦੱਸ ਰਿਹਾ। ਕਹਿੰਦੇ ਇੱਧਰ ਦੱਖਣ ਗੋਦਾਵਰੀ ਦੇ ਕੰਢੇ 'ਤੇ ਨੰਦੇੜ ਵਿਖੇ ਅਸੀਂ ਇਸ਼ਨਾਨ ਕਰਨ ਚਲੇ ਗਏ ਸੀ। ਗੋਦਾਵਰੀ ਦੇ ਕੰਢੇ 'ਤੇ ਜੀ ਸਾਧੂ ਮਹਾਤਮਾ ਇਸ਼ਨਾਨ ਕਰਨ ਜਾਂਦੇ ਸੀ। ਹਜ਼ੂਰ ਸਾਹਿਬ ਜਾਂਦੇ ਆ, ਗੋਦਾਵਰੀ ਬਣੀ ਹੋਈ ਹੈ ਨਾ, ਗੋਦਾਵਰੀ, ਉੱਥੇ ਇਸ਼ਨਾਨ ਕਰਨ ਜਾਂਦੇ ਸੀ। ਉਹ ਸਾਰੀ ਗੱਲ ਦੱਸ ਰਿਹਾ ਹੈ ਵੀ ਗੋਦਾਵਰੀ ਦੇ ਕੰਢੇ 'ਤੇ ਕੀ ਵਾਪਰਦਾ ਹੈ। ਨਾਰਾਇਣ ਦਾਸ ਥੋ ਤਿਸਕੋ ਨਾਮ, ਪੰਥ ਬੈਰਾਗਨ ਮੈਂ ਉਸ ਧਾਮ। ਕਹਿੰਦੇ ਸੱਚੇ ਪਾਤਸ਼ਾਹ ਇੱਕ ਸਾਧੂ ਵੇਖਿਆ, ਉਹਦਾ ਨਾਮ ਨਾਰਾਇਣ ਦਾਸ ਸੀ। ਮਹੰਤ ਜੈਤ ਰਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸ ਰਿਹਾ ਨਾ, ਪੰਥ ਬੈਰਾਗਨ ਮੈਂ ਉਸ ਧਾਮ। ਮਹਾਰਾਜ ਬੈਰਾਗੀਆਂ ਦਾ ਚੋਲਾ ਉਹਨੇ ਪਾਇਆ ਹੋਇਆ ਸੀ। ਬੈਰਾਗੀ ਪੰਥ ਉਹਦਾ ਚੰਗਾ ਧਾਮ ਸਥਾਨ ਬਣਿਆ ਹੋਇਆ ਸੀ। ਬੈਰਾਗੀਆਂ ਦਾ ਪੰਥ ਇੱਕ ਬਹੁਤ ਵੱਡਾ ਸਥਾਨ ਉਹਦਾ ਬਣਿਆ ਹੋਇਆ ਸੀ। ਏਕ ਪਲੰਗ ਉਨ ਖੂਬ ਬਨਾਇਓ, ਉਸਕੇ ਉੱਪਰ ਹਮੈਂ ਬਹਾਇਓ। ਕਹਿੰਦੇ ਗੋਦਾਵਰੀ ਦੇ ਕਿਨਾਰੇ ਤੇ ਉਸਨੇ ਆਪਣਾ ਇੱਕ ਵੱਡਾ ਸੁੰਦਰ ਆਸ਼ਰਮ ਵੀ ਬਣਾਇਆ ਹੋਇਆ ਸੀ।
ਕਹਿੰਦੇ ਉਸ ਆਸ਼ਰਮ ਦੇ ਅੰਦਰ ਸੁੰਦਰ ਆਰਾਮਦਾਇਕ ਪਲੰਗ ਵੀ ਬਣਾਇਆ ਹੋਇਆ ਸੀ। ਉਸ ਕੇ ਉੱਪਰ ਹਮੈਂ ਬਹਾਇਓ। ਕਹਿੰਦੇ ਮਹਾਰਾਜ ਕੋ ਕਹਿਣ ਲੱਗਿਆ ਮਹੰਤ ਜੈਤਰਾਮ, ਕਹਿੰਦਾ ਮਹਾਰਾਜ ਮੈਨੂੰ ਉਸ ਪਲੰਗ ਦੇ ਉੱਤੇ ਉਸ ਮਹਾਤਮਾ ਜੀ ਨੇ ਬਿਠਾਇਆ। ਇਉਂ ਕਹਿ ਕੇ ਮੈਨੂੰ ਪਲੰਗ ਉੱਤੇ ਬਿਠਾ ਲਿਆ। ਇੱਥੇ ਆਓ ਬੈਠੋ, ਪਲੰਗ ਤੇ ਸਜੋ। ਪਲੰਗ ਤੇ ਮੈਨੂੰ ਬਿਠਾ ਲਿਆ। ਹਮ ਜਾਣਿਓ ਇਨ ਆਦਰ ਕਰਿਓ, ਹੂਤੋ ਦੁਸ਼ਟ ਵਹਿ ਮਸਕਰੀ ਭਰਿਓ। ਮਹੰਤ ਰਾਮ ਜੈਤਰਾਮ ਕਹਿੰਦਾ ਮੈਨੂੰ ਲੱਗਦਾ ਸੀ ਮੇਰਾ ਆਦਰ ਕਰ ਰਿਹਾ, ਮੇਰਾ ਸਤਿਕਾਰ ਕਰ ਰਿਹਾ, ਮੇਰਾ ਮਾਨ ਇੱਜ਼ਤ ਕਰ ਰਿਹਾ। ਕਹਿੰਦੇ ਉਹ ਐਸਾ ਦੁਸ਼ਟ ਨਿਕਲਿਆ, ਕਹਿੰਦਾ ਮਸਕਰੀਆਂ ਕਰੀ ਜਾਂਦਾ ਮੇਰੇ ਨਾਲ। ਕਹਿੰਦਾ ਮਸਕਰੀ ਭਰਿਆ ਕਰਮ ਕਰ ਦਿੱਤਾ ਦੁਸ਼ਟ ਨੇ। ਮੈਨੂੰ ਟੋ ਟੋ ਕੇ ਵੇਖਦਾ ਸੀ, ਕਿੰਨੇ ਕੁ ਬਾਣੀ 'ਚ ਹੈ, ਕਿੰਨੀ ਕਰਾਮਾਤ ਹੈ। ਮਹਾਰਾਜ ਮੇਰੇ ਨਾਲ ਇਸ ਤਰ੍ਹਾਂ ਮਖੌਲ ਕਰਦਾ ਸੀ। ਦੋਹਰਾ ਬੈਠਾਇਓ ਉਸ ਪਲੰਗ ਪੁਰ, ਪੁਨ ਉਨ ਦਇਓ ਉਲਟਾਏ। ਕਰੀ ਮਸਕਰੀ ਹਮਕਨੀ, ਹਸ ਹਸ ਲਿਟ ਪਾਏ। ਕਹਿੰਦਾ ਪਹਿਲਾਂ ਮਹਾਰਾਜ ਮੈਨੂੰ ਸਤਿਕਾਰ ਨਾਲ ਉਸ ਨਰੈਣ ਦਾਸ ਨੇ ਪਲੰਗ ਤੇ ਬਹਾ ਲਿਆ। ਮਹਾਰਾਜ ਸੱਚੇ ਪਾਤਸ਼ਾਹ ਪਤਾ ਫਿਰ ਕੀ ਕੀਤਾ? ਕਹਿੰਦੇ ਝੱਟ ਹੀ ਪਲੰਗ ਨੂੰ ਮੂਧਾ ਕਰ ਦਿੱਤਾ। ਮਹਾਰਾਜ ਮੈਂ ਹੇਠ ਪਲੰਗ ਮੇਰੇ ਉੱਪਰ, ਮੈਂ ਪਲੰਗ ਦੇ ਹੇਠ, ਮੈਂ ਪਲੰਗ ਦੇ ਹੇਠਾਂ ਦੱਬਿਆ ਗਿਆ। ਕਹਿੰਦੇ ਬੜਾ ਮਖੌਲ ਕੀਤਾ ਮੈਨੂੰ ਮੰਗਰੋ, ਵਾਹ ਸੰਤ ਜੀ, ਵਾਹ ਸੰਤ ਜੀ, ਬੜੀ ਕਮਾਈ ਹੈ, ਬੜੀ ਕਮਾਈ ਹੈ। ਸੰਤ ਜੀ ਪਲੰਗ ਨੇ ਹੀ ਤੁਹਾਨੂੰ ਢਾ ਲਿਆ, ਕੀ ਗੱਲ ਹੋ ਗਈ? ਪਲੰਗ ਨੇ ਤੁਹਾਨੂੰ ਢਾ ਲਿਆ। ਇਸ ਤਰ੍ਹਾਂ ਮਸਕਰੀਆਂ ਕਰੇ, ਹੱਸ ਹੱਸ ਕੇ ਗੱਲਾਂ ਕਰੇ, ਲਿਟ ਕੇ ਗੱਲਾਂ ਕਰੇ, ਹੱਸਦਾ ਲਿਟਦਾ, ਵੱਡੀ ਉੱਚੀ ਉੱਚੀ ਆਵਾਜ਼ ਵਿੱਚ ਪਤਾ ਨਹੀਂ ਕਿੰਨਾ ਕੁ ਹੱਸਿਆ, ਕਿੰਨਾ ਕੁ ਤਾੜੀਆਂ ਵਜਾਈਆਂ। ਇਸ ਤਰ੍ਹਾਂ ਕਰ ਰਿਹਾ ਹੈ। ਚੌਪਈ ਖਟ ਦਰਸ਼ਨ ਕੋ ਮਸਕਰੀ ਕਰੈ, ਗੁਰੂ ਪੀਰ ਤੇ ਨਾਹੇ ਸੋ ਡਰੈ। ਮਹਾਰਾਜ ਉਹ ਨਰੈਣ ਦਾਸ ਆ ਨਾ ਜਿਹੜਾ, ਮੇਰੇ ਇਕੱਲੇ ਦੀ ਗੱਲ ਛੱਡੋ, ਉਹਦੇ ਕੋਲ ਜੋ ਵੀ ਜਾਂਦਾ ਨਾ ਸਾਧੂ, ਕੋਈ ਮਹਾਤਮਾ, ਕੋਈ ਗੁਰੂ ਪੀਰ ਚਲਾ ਜਾਂਦਾ ਨਾ ਉਹਦੇ ਕੋਲ, ਕਹਿੰਦੇ ਖੱਟ 6 ਭੇਖਾਂ ਵਾਲਿਆਂ ਨੂੰ ਵੀ ਉਹ ਮਖੌਲ ਟਿੱਚ ਕਰਕੇ ਜਾਣਦਾ, ਟਿੱਚ ਕਰਕੇ। ਭਾਵੇਂ ਕੋਈ ਵੈਰਾਗੀ ਹੋਵੇ, ਭਾਵੇਂ ਕੋਈ ਸਾਧੂ ਹੋਵੇ, ਭਾਵੇਂ ਕੋਈ ਤਪਸਵੀ ਹੋਵੇ, ਕਹਿੰਦੇ ਉਹਦੇ ਨਾਲ ਮਖੌਲ ਵਿੱਚ ਗੱਲਾਂ ਕਰਦਾ, ਮਖੌਲ ਵਿੱਚ ਗੱਲਾਂ ਕਰਕੇ ਪਲੰਗ ਨੂੰ ਮੂਧਾ ਕਰ ਦਿੰਦਾ। ਇਸ ਤਰ੍ਹਾਂ ਕਰਦਾ। ਕਹਿੰਦੇ ਗੁਰ ਪੀਰ ਤੇ ਨਾਹੇ ਸੋ ਡਰੈ। ਮਹਾਰਾਜ ਸੱਚੇ ਪਾਤਸ਼ਾਹ ਉਹ ਕਿਸੇ ਗੁਰੂ ਤੋਂ ਨਹੀਂ ਡਰਦਾ, ਕਿਸੇ ਪੀਰ ਤੋਂ ਨਹੀਂ ਡਰਦਾ, ਕਿਸੇ ਨਾਲ ਖੈਰ ਨਹੀਂ ਕਰਦਾ, ਕਿਸੇ ਨਾਲ ਵੀ ਉਹ ਚੰਗਾ ਵਰਤਾਵ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਜਾਣਾ ਤੁਹਾਡੇ ਨਾਲ ਕੀ ਕਰੇਗਾ ਉਹ। ਇਹ ਸਾਰੀਆਂ ਗੱਲਾਂ ਕੌਣ ਦੱਸ ਰਿਹਾ? ਮਹੰਤ ਜੈਤਰਾਮ ਜੀ ਦੱਸ ਰਹੇ ਹਨ। ਆਪ ਕਹਾਵੈ ਬਹੁ ਗੁਰ ਪੀਰ, ਸੰਤ ਨਿੰਦਕ ਬਹੁ ਬੇਗੁਰ ਪੀਰ। ਮਹਾਰਾਜ ਸੱਚੇ ਪਾਤਸ਼ਾਹ ਉਹ ਜਿਹੜਾ ਨਰੈਣ ਦਾਸ ਆ ਨਾ, ਆਪਣੇ ਆਪ ਨੂੰ ਇੱਕ ਵੱਡਾ ਪੀਰ ਸਦਵਾਉਂਦਾ, ਵੱਡਾ ਪੀਰ ਅਖਵਾਉਂਦਾ, ਵੱਡਾ ਗੁਰੂ ਅਖਵਾਉਂਦਾ ਕਿ ਸਭ ਤੋਂ ਵੱਡਾ ਗੁਰੂ ਮੈਂ ਹੈ। ਮੇਰੇ ਕੋਲ ਰਿੱਧੀਆਂ ਨੇ, ਮੇਰੇ ਕੋਲ ਸਿੱਧੀਆਂ ਨੇ, ਰਿੱਧੀਆਂ ਸਿੱਧੀਆਂ ਦਾ ਮਾਲਕ ਮੈਂ ਆ। ਇਹ ਨਰੈਣ ਦਾਸ ਆ ਨਾ ਜਿਹੜਾ ਵੈਰਾਗੀ ਪੰਥ ਦਾ ਆਗੂ ਜੀ, ਇਹਦੇ ਬਾਰੇ ਆਪਾਂ ਲੜੀ ਵਿੱਚ ਪੜ੍ਹ ਰਹੇ ਹਾਂ। ਕਹਿੰਦੇ ਇਹਨੂੰ ਹੰਕਾਰ ਹੋ ਗਿਆ ਸੀ। ਬਹੁਤੇ ਲੋਕ ਨਾ ਡਰਦੇ ਸੀ ਕਿਤੇ ਕੋਈ ਸ਼ਰਾਫ ਨਾ ਦੇ ਦੇਵੇ, ਕਿਤੇ ਕੋਈ ਨੁਕਸਾਨ ਨਾ ਸਾਡਾ। ਅੱਜ ਵੀ ਬਹੁਤਿਆਂ ਲੋਕਾਂ ਦਾ ਡਰ ਹੁੰਦਾ ਜੀ। ਵੈਸੇ ਗੁਰਮਤ ਵਿੱਚ ਵਰ ਸ਼ਰਾਫ ਨੂੰ ਕੋਈ ਮਾਨਤਾ ਨਹੀਂ ਹੈ, ਗੁਰਮਤ ਕਿਸੇ ਵਰ ਸ਼ਰਾਫ ਨੂੰ ਨਹੀਂ ਮੰਨਦੀ। ਗੁਰੂ ਸਾਹਿਬ ਦੇ ਬਚਨਾਂ 'ਤੇ ਪਹਿਰਾ ਦਈਏ, ਗੁਰੂ ਸਾਹਿਬ ਦੇ ਬਚਨਾਂ 'ਤੇ ਚੱਲੀਏ। ਗੁਰੂ ਸਾਹਿਬ ਦਾ ਬਚਨ ਜੁਗੋ ਜੁਗ ਅਟਲ ਹੈ, ਜੋ ਗੁਰੂ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਜਾਣੋ, ਸਤ ਕਰਕੇ ਜਾਣੋ। ਪਰ ਜਿਹੜੀ ਆਪਾਂ ਇੱਥੇ ਵਿਚਾਰ ਨਾਲ ਜੁੜ ਰਹੇ ਹਾਂ, ਕਹਿੰਦੇ ਗੁਰ ਪੀਰ ਤੇ ਨਾਹੀਂ ਡਰੈ, ਆਪ ਕਹਾਵੈ ਬਹੁ ਗੁਰ ਪੀਰ। ਇੱਥੇ ਕਹਿ ਰਹੇ ਨੇ ਸੰਤ ਨਿੰਦਕ ਬਹੁ ਬੇਗੁਰ ਪੀਰੋ। ਕਹਿੰਦੇ ਉਹ ਕਿਸੇ ਨੂੰ ਨਹੀਂ ਬਖਸ਼ਦਾ। ਸਤਿਗੁਰੂ ਨੇ ਇੱਧਰ ਦੱਖਣ ਨੂੰ ਜਾਣਾ ਹੈ, ਗੋਦਾਵਰੀ ਵੱਲ, ਗੋਦਾਵਰੀ ਵੱਲ ਮਹਾਰਾਜ ਤੁਸੀਂ ਜਾਣਾ ਹੈ, ਉੱਧਰ ਨਾ ਜਾਇਓ। ਉੱਧਰ ਜਾਣਾ ਤੁਹਾਡਾ ਠੀਕ ਨਹੀਂ, ਜੇ ਉੱਧਰ ਚਲੇ ਗਏ ਪਤਾ ਨਹੀਂ ਕੀ ਵਾਪਰ ਜਾਣਾ ਹੈ। ਮਹੰਤ ਕਹੀ ਉਤ ਵੱਲ ਨਾ ਜਾਇਓ, ਉਸ ਤੇ ਟਲ ਕੇ ਦੂਰ ਸਿਧਾਇਓ। ਹੁਣ ਮਹੰਤ ਕਹਿਣ ਲੱਗਿਆ ਮਹਾਰਾਜ ਉੱਧਰ ਗੋਦਾਵਰੀ ਵੱਲ ਨਾ ਜਾਇਓ। ਕਹਿੰਦੇ ਉੱਤ ਤੇ ਟਲ ਕੇ ਦੂਰ ਸਿਧਾਇਓ। ਕਹਿੰਦੇ ਉਹਦੇ ਕੋਲ ਟਲ ਜਿਓ, ਉਹ ਬਹੁਤ ਮਸਕਰੀ ਵਾਲਾ ਬੰਦਾ ਹੈ।
ਆਪਣੇ ਆਪ ਨੂੰ ਸਿੱਧ ਖਵਾਉਂਦਾ, ਮਸ਼ਕਰੀਆਂ ਕਰਦਾ, ਮਜ਼ਾਕ ਕਰਦਾ, ਬੇਪਤੀ ਕਰ ਦਿੰਦਾ। ਉਹਨੂੰ ਕੋਈ ਤਰਸ ਨਹੀਂ ਹੈ, ਉਹਨੂੰ ਤਰਸ ਹਿਆ ਨਹੀਂ ਹੈ। ਕਹਿੰਦੇ ਮਸ਼ਕਰੀਆਂ ਵਾਲਾ ਬੰਦਾ ਉਹ। ਮਹਾਰਾਜ ਉਹ ਤੋਂ ਟਲ ਕੇ ਕਿਤੇ ਦੂਰ ਚਲੇ ਜਾਇਓ। ਸਤਿਗੁਰ ਕਹੀ ਜੋ ਸਤਿਗੁਰ ਕਰੈ, ਬਨੈ ਨਹੀਂ ਅਬ ਹਮ ਕੋ ਟਰੈ। ਸਤਿਗੁਰ ਕਲਗੀਧਰ ਜੀ ਕਹਿਣ ਲੱਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਵੇਂ ਕਰਨਗੇ ਉਵੇਂ ਠੀਕ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਜਿੱਧਰ ਭੇਜਣਗੇ ਚਲੇ ਜਾਵਾਂਗੇ, ਭਲਾ ਹੀ ਹੋਵੇਗਾ, ਭਲਾ ਹੀ ਹੋਵੇਗਾ। ਬਨੈ ਨਹੀਂ ਅਬ ਹਮ ਤੋਂ ਹਮ ਕੋ ਟਰੈ। ਕਹਿੰਦੇ ਹੁਣ ਸਾਡਾ ਟਲਣਾ ਨਹੀਂ ਬਣਦਾ। ਜੇ ਤੇ ਦੱਸ ਦਿੱਤਾ ਨਾ ਉਧਰ ਗੋਦਾਵਰੀ ਦੇ ਕੰਢੇ ਤੇ ਕੋਈ ਰਹਿੰਦਾ, ਕਹਿੰਦੇ ਫਿਰ ਖਾਲਸਾ ਪਿੱਛੇ ਨਹੀਂ ਮੁੜਿਆ ਕਰਦਾ। ਖਾਲਸਾ ਜਿਹੜਾ ਨਾ ਫਿਰ ਪਿੱਛੇ ਨਹੀਂ ਮੁੜੇਗਾ, ਟਲੇਗਾ ਨਹੀਂ। ਕਹਿੰਦੇ ਹੁਣ ਅਸੀਂ ਟਲਦੇ ਨਹੀਂ। ਕਹਿੰਦੇ ਉਸਨੇ ਆਪਣੇ ਆਪ ਨੂੰ ਮਹਾਰਾਜ ਨੂੰ ਕਹਿਣ ਲੱਗਿਆ, ਉਹ ਆਕੜੇਗਾ, ਉਹ ਬੜਾ ਕੁਝ ਕਰੇਗਾ। ਮਹਾਰਾਜ ਕਹਿੰਦੇ ਅਸੀਂ ਨਹੀਂ ਟਲਦੇ, ਫਿਰ ਭਾਈ ਅਸੀਂ ਤਾਂ ਜਾਵਾਂਗੇ, ਉਹਦੇ ਕੋਲ ਜ਼ਰੂਰ ਜਾਵਾਂਗੇ। ਇਸ ਤਰ੍ਹਾਂ ਮਹਾਰਾਜ ਕਹਿ ਰਹੇ ਹਨ, ਸੋ ਹਮਕੋ ਰਾਹ ਬਤਾਇਓ, ਨਾਮ ਥਾਮ ਔਗਰਾਮ ਸੁਣਾਇਓ। ਜੈਤ ਰਾਮ ਜੀ ਸਾਨੂੰ ਦੱਸੋ ਉਧਰਲੇ ਪਾਸੇ ਕਿਹੜਾ ਰਾਹ ਜਾਂਦਾ ਹੈ, ਗੋਦਾਵਰੀ ਵਾਲੇ ਪਾਸੇ। ਜੈਤ ਰਾਮ ਜੀ ਸਾਨੂੰ ਜ਼ਰੂਰ ਦੱਸਿਓ। ਕਹਿੰਦੇ ਕਿਹੜਾ ਰਾਹ ਜਾਂਦਾ ਹੈ, ਕਿੱਧਰ ਦੀ ਜਾਣਾ ਹੈ, ਕਿੱਧਰ ਦੀ ਸਾਨੂੰ ਜਾਣਾ ਚਾਹੀਦਾ ਹੈ। ਨਾਮ ਥਾਮ ਔ ਗ੍ਰਾਮ ਸੁਣਾਇਓ। ਉਹਦਾ ਨਗਰ, ਉਹਦਾ ਆਸ਼ਰਮ, ਉਹਦਾ ਪੱਕਾ ਪਤਾ, ਪੱਕਾ ਐਡਰੈਸ ਸਾਨੂੰ ਜ਼ਰੂਰ ਦੱਸੋ। ਜਾ ਦੇਖੈ ਹਮ ਉਸਕੀ ਸਿੱਧੀ, ਕੌਣ ਗੁਰੂ ਜਿਸ ਤੇ ਭਈ ਬ੍ਰਿਧੀ। ਕਹਿੰਦੇ ਅਸੀਂ ਵੇਖਣਾ ਚਾਹੁੰਦੇ ਹਾਂ ਕਿੱਡਾ ਕੁ ਵੱਡਾ ਸਿੱਧੀਆਂ ਦਾ ਮਾਲਕ ਹੈ, ਕਿੰਨੀਆਂ ਕੁ ਉਹਦੇ ਕੋਲ ਕਰਾਮਾਤਾਂ ਨੇ, ਕਿੰਨੀਆਂ ਕੁ ਰਿੱਧੀਆਂ ਸਿੱਧੀਆਂ ਨੇ। ਕੌਣ ਗੁਰੂ ਜਿਸ ਤੇ ਭਈ ਬ੍ਰਿਧੀ। ਕਹਿੰਦੇ ਕੌਣ ਉਸ ਦਾ ਗੁਰੂ ਹੈ ਜਿਹਦੇ ਕੋਲੇ ਵਡਿਆਈ ਪ੍ਰਾਪਤ ਹੋਈ ਹੈ, ਉਹਨੂੰ ਇਹ ਰਿੱਧੀਆਂ ਸਿੱਧੀਆਂ ਸ਼ਕਤੀਆਂ ਪ੍ਰਾਪਤ ਹੋਈਆਂ ਹਨ। ਇਹ ਸਾਰਾ ਅਸੀਂ ਮਿਲ ਕੇ ਉਹਨੂੰ ਪੁੱਛਾਂਗੇ। ਅੜੈ ਤੋ ਹੜ ਉਸ ਸਿੱਧੀ ਗਵਾਵੈ, ਮਿਲੈ ਤਾਂ ਉਸਕੋ ਰਾਹ ਪਾਏ ਜਾਵੈ। ਮਹਾਰਾਜ ਕਹਿੰਦੇ, ਸਾਹਿਬ ਸਤਿਗੁਰ ਸੱਚੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਸਾਡੇ ਨਾਲ ਜੇ ਉਹਦਾ ਪੇਚਾ ਪੈ ਗਿਆ, ਸਾਡੇ ਨਾਲ ਉਹ ਸਾਹਮਣੇ ਬਹਿ ਵੀ ਗਿਆ ਨਾ, ਕਹਿੰਦੇ ਉਹਦੀਆਂ ਰਿੱਧੀਆਂ ਸਿੱਧੀਆਂ ਸਾਰੀਆਂ ਭੁਲਾ ਦੇਵਾਂਗੇ। ਹੈ ਤਾਂ ਇਹ ਸਭ ਕੁਝ ਵਿਖੰਡੀ ਹੈ ਜੀ। ਮਹਾਰਾਜ ਕਹਿੰਦੇ ਬਾਣੀ ਨੂੰ ਪੜ੍ਹ ਕੇ ਵੇਖੋ। ਮਹਾਰਾਜ ਪਤਾ ਕੀ ਕਹਿੰਦੇ, ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ਼ਕਾ ਵਿਸ਼ਰਾਮ। ਨੌ ਨਿਧ ਖਜ਼ਾਨਾ ਕਿੱਥੇ ਹੈ? ਉਹ ਸਾਰਾ ਕੁਝ ਅੰਦਰ ਹੀ ਟਿਕਾਇਆ ਹੋਇਆ ਨਾ ਮਹਾਰਾਜ ਨੇ। ਮਹਾਰਾਜ ਕਹਿੰਦੇ ਸਾਡੇ ਨਾਲ ਇੱਕ ਵਾਰ ਗੱਲ ਕਰਕੇ ਤਾਂ ਵੇਖੇ, ਉਹਦੀਆਂ ਸਾਰੀਆਂ ਰਿੱਧੀਆਂ, ਸਾਰੀਆਂ ਸਿੱਧੀਆਂ ਉਹਨੂੰ ਅਸੀਂ ਭੁਲਾ ਦੇਵਾਂਗੇ। ਸਤ ਨਾਨਕ ਉਸ ਕਰਹਿ ਦਾਸ, ਕਰੈ ਸਿੱਖ ਉਨ ਆਪਣੋ ਖਾਸ। ਆਪ ਪੜ੍ਹ ਰਹੇ ਸੀ, ਕਹਿੰਦੇ ਜੇ ਉਹ ਸਾਨੂੰ ਮਿਲਿਆ ਤਾਂ ਉਹਨੂੰ ਸਿੱਧੇ ਰਾਹ ਵੀ ਅਸੀਂ ਪਾਵਾਂਗੇ। ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਤੋਂ ਮੁਕਤ ਕਰਕੇ ਇੱਕ ਸਿੱਧਾ ਮਾਰਗ, ਸਿੱਧਾ ਰਾਹ ਵਿਖਾਵਾਂਗੇ। ਸਤ ਨਾਨਕ ਸੁਨ ਕਹੈ ਦਾਸ, ਕਰੈ ਸਿੱਖ ਉਸ ਆਪਣੋ ਖਾਸ। ਕਹਿੰਦੇ ਨਾਨਕ ਕੀ ਸੁਗੰਧ, ਮੈਨੂੰ ਨਾਨਕ ਦੀ ਸਹੁੰ। ਕਹਿੰਦੇ ਮੈਂ ਪੱਕਾ ਵਾਅਦਾ ਕਰਦਾ, ਕਹਿੰਦੇ ਉਸ ਵੈਰਾਗੀ ਨੂੰ ਕਹਿੰਦੇ ਆਪਣਾ ਸੇਵਕ ਬਣਾਵਾਂਗਾ, ਆਪਣਾ ਬੰਦਾ ਬਣਾਵਾਂਗਾ ਮੈਂ। ਮਹਾਰਾਜ ਕਹਿੰਦੇ ਉਹ ਗੋਦਾਵਰੀ ਵਾਲੇ ਰਿੱਧੀਆਂ ਸਿੱਧੀਆਂ ਵਾਲੇ ਨੂੰ ਆਪਣਾ ਬੰਦਾ ਬਣਾ, ਖਾਸ ਸੇਵਕ। ਮਹਾਰਾਜ ਪਹਿਲਾਂ ਹੀ ਕਹਿ ਰਹੇ ਨੇ, ਕਹਿੰਦੇ ਕਰੈ ਸਿੱਖ ਉਨ ਆਪਣੋ ਖਾਸ। ਉਸ ਨਰੈਣ ਦਾਸ ਨੂੰ ਕਹਿੰਦੇ ਆਪਣਾ ਖਾਸ ਸਿੱਖ ਬਣਾਵਾਂਗਾ। ਦੋਹਰਾ ਨਦੀ ਗੋਦਾਵਰ ਡਿਗਹੂ ਤੋ, ਸ਼ਹਿਰ ਨਦੇੜ ਸੋ ਨਾਮ, ਭਲੇ ਸੋ ਦੱਖਣ ਕੰਠ ਮੈਂ, ਹੈ ਪ੍ਰਗਟ ਸ਼ੁਭ ਥਾਮ। ਮਹੰਤ ਬਾਚ ਦੋਹਰਾ, ਕਹਿੰਦੇ ਉਹਦਾ ਗ੍ਰਾਮ ਕਿੱਥੇ ਆ, ਉਹਦਾ ਨਗਰ ਕਿੱਥੇ ਹੈ? ਇੱਥੇ ਲਿਖ ਰਹੇ ਨੇ ਨਦੀ ਗ੍ਰਾਮ ਢਿਗਹੁ ਤੋ, ਸ਼ਹਿਰ ਨਦੇੜ ਸੋ ਨਾਮ। ਹਜੂਰ ਸਾਹਿਬ ਦੀ ਗੱਲ ਚੱਲ ਰਹੀ ਹੈ ਜੀ। ਕਹਿੰਦੇ ਰਤਨ ਸਿੰਘ ਜੀ ਲਿਖ ਰਹੇ ਨੇ, ਉਹ ਮਹੰਤ ਜੈਤ ਰਾਮ ਦਾਦੂ ਦੇ ਦੁਆਰੇ ਵਾਲਾ ਦੱਸਣ ਲੱਗਿਆ। ਕਹਿੰਦੇ ਮਹਾਰਾਜ ਉਹਦਾ ਨਾਮ ਨਰੈਣ ਦਾਸ ਪੂਰਾ ਨਾਮ ਹੈ। ਪੂਰਾ ਪਤਾ ਉਹਦਾ ਪਤਾ ਕਿੱਥੇ ਹੈ? ਕਹਿੰਦੇ ਸ਼ਹਿਰ ਨਦੇੜ ਸੋ ਨਾਮ, ਜਿਹੜਾ ਨਦੇੜ ਸ਼ਹਿਰ ਹੈ ਜਿਹਨੂੰ ਹਜੂਰ ਸਾਹਿਬ ਅਸੀਂ ਕਹਿੰਦੇ ਹਾਂ। ਕਹਿੰਦੇ ਮਹਾਰਾਜ ਗੋਦਾਵਰੀ ਦੇ ਢਿੱਗ ਦਾ ਅਰਥ ਹੁੰਦਾ ਪਾਸ, ਨੇੜੇ।
ਨੰਦੇੜ ਨਾਮ ਦਾ ਉਹ ਸ਼ਹਿਰ ਹੈ, ਉਹਨੇ ਨਦੀ ਦੇ ਕੰਢੇ ਉੱਤੇ ਆਪਣਾ ਇੱਕ ਬਹੁਤ ਵੱਡਾ ਡੇਰਾ ਬਣਾਇਆ ਹੋਇਆ ਹੈ। ਇੱਥੇ ਮਹਾਰਾਜ ਕਹਿ ਰਹੇ ਨੇ, ਆ ਗੱਲ ਆ ਜਿਹੜਾ ਬਚਨ ਰਹਿ ਗਿਆ ਇਹਨੂੰ ਵੀ ਨਾਲ ਪੜ੍ਹਿਓ। ਕਹਿੰਦੇ ਟਲੈ ਸੋ ਦੱਖਣ ਕੰਠ ਮੈਂ ਪ੍ਰਗਟ ਸੁਭ ਧਾਮ। ਮਹਾਰਾਜ ਕਹਿਣ ਲੱਗੇ ਦੱਖਣ ਦੀ ਕੁੰਟ ਭਾਵ ਦੱਖਣ ਵਾਲੇ ਪਾਸੇ ਭਲਾ ਦੇਸ਼ ਸਾਰੇ ਸੰਸਾਰ ਨੂੰ ਜਾ ਰਿਹਾ। ਇੱਕ ਚੰਗੀ ਥਾਂ, ਰਮਣੀਕ ਥਾਂ ਬਣੀ ਹੋਈ ਆ, ਉੱਥੇ ਉਹਨੇ ਡੇਰਾ ਲਾਇਆ ਹੋਇਆ ਹੈ। ਚੌਪਈ ਵਹ ਹੋਤੋ ਥੋ ਪ੍ਰਿਥਮ ਕੰਗਾਲ ਰਲ ਕਹੂੰ ਤੁਰਿਓ ਸੋ ਸੰਤਨ ਨਾਲ। ਕਹਿੰਦੇ ਮਹਾਰਾਜ ਉਹ ਪਤਾ ਕਿਹੋ ਜਿਹਾ ਬੰਦਾ ਸੀ, ਪਹਿਲਾਂ ਤਾਂ ਕੰਗਾਲ ਸੀ, ਪਹਿਲਾਂ ਤਾਂ ਦਰ ਦਰ ਤੇ ਭਟਕਦਾ ਫਿਰਦਾ ਸੀ ਉਹ ਨਰਾਇਣ ਦਾਸ, ਕੰਗਾਲ ਜਿਹਾ ਬੰਦਾ ਸੀ। ਬਹੁਤੋ ਥੋ ਪ੍ਰਿਥਮ ਕੰਗਾਲ, ਸਭ ਤੋਂ ਪਹਿਲਾਂ ਉਹ ਕੰਗਾਲ ਸੀ। ਗੱਲ ਕਹੂੰ ਤਰਿਓ ਸੋ ਸੰਤਨ ਨਾਲ, ਕਹਿੰਦੇ ਕੁਦਰਤ ਨਾਲ ਉਹਦਾ ਮੇਲ, ਕੁਦਰਤ ਨਾਲ ਕੁਦਰਤੀ ਤੌਰ ਤੇ ਕਹਿੰਦੇ ਉਹਦਾ ਮੇਲ ਕਿਸੇ ਸੰਤ ਨਾਲ, ਕਿਸੇ ਮਹਾਤਮਾ ਨਾਲ ਹੋ ਗਿਆ। ਬਹੁਤ ਸੈਲ ਉਨ ਪ੍ਰਿਥਮੈ ਕਰਿਓ ਸਿੱਧ ਮੰਤਰੀ ਉਸ ਮਿਲਤ ਪਰਿਓ। ਕਹਿੰਦੇ ਬਹੁਤ ਪਹਿਲਾਂ ਤਾਂ ਉਹਨੇ ਬੜੇ ਚੱਕਰਵਰਤੀ ਵੀ ਰਿਹਾ ਹੈ, ਬੜੇ ਸੰਤਾਂ ਦੀ ਸੰਗਤ ਕੀਤੀ ਹੈ, ਬੜੇ ਸਾਧੂਆਂ ਕੋਲ ਗਿਆ, ਬੜੇ ਧੂਣੇ ਤਾਪਦਾ ਰਿਹਾ ਹੈ, ਦੇਸ਼ ਦਾ ਰਟਨ ਕਰਦਾ ਰਿਹਾ ਹੈ। ਕਹਿੰਦੇ ਇੱਕ ਸਿੱਧ ਮੰਤਰ ਸਿੱਧੀ ਵਾਲਾ ਜਿਸ ਦਾ ਨਾਮ ਅਨੂਣੀਆ ਸਿੱਧ ਸੀ, ਇਹਦੇ ਨਾਲ ਇਹਦਾ ਮੇਲ ਹੋ ਜਾਂਦਾ ਹੈ। ਉਸਕੀ ਸੇਵ ਬਹੁਤ ਇਨ ਕਰੀ ਵਿਦਿਆ ਦਈ ਇਨਹਿ ਉਸ ਭਲੀ। ਕਹਿੰਦੇ ਉਸ ਅਨੂਣੀਆ ਸਿੱਧ ਦਾ ਇਹ ਜਿਹੜਾ ਚੇਲਾ ਬਣ ਗਿਆ, ਕਿ ਉਹਦੀ ਸੇਵਾ ਵਿੱਚ ਲੱਗ ਗਿਆ ਅਤੇ ਉਹਦੀ ਬਹੁਤ ਵੱਡੀ ਸੇਵਾ ਕਰਦਾ ਰਹਿੰਦਾ, ਰੋਜ਼ਾਨਾ ਸੇਵਾ ਵਿੱਚ ਪੈ ਗਿਆ। ਕਹਿੰਦੇ ਵਿਦਿਆ ਦਈ ਇਹਨੇ ਉਨ ਭਲੀ, ਉਹਨੇ ਭਲਾ ਪੁਰਸ਼ ਜਾਣ ਕੇ, ਚੰਗਾ ਪੁਰਸ਼ ਜਾਣ ਕੇ ਇਸ ਨਰਾਇਣ ਦਾਸ ਨੂੰ ਵਿਦਿਆ ਦੇ ਦਿੱਤੀ। ਦਈ ਪੋਥੀ ਅਭੇਦ ਦਇਓ ਕੁਲ ਸੋ ਕਰ ਦੀਨੋ ਆਪਣੇ ਤੁਲ। ਕਹਿੰਦੇ ਉਸ ਅਨੂਣੀਆ ਨੇ ਇੱਕ ਰਿੱਧ ਸਿੱਧੀਆਂ ਵਾਲੀ ਨੂੰ ਪੋਥੀ ਦੇ ਦਿੱਤੀ, ਇਹ ਗ੍ਰੰਥ ਦੇ ਦਿੱਤਾ। ਕਹਿੰਦੇ ਕੀ ਹੋਇਆ ਜਦੋਂ ਉਹਨੇ ਖੋਲ੍ਹਿਆ, ਪ੍ਰਤਾਪ ਵਧਿਆ। ਕਹਿੰਦੇ ਕਿਵੇਂ ਸਿੱਧੀ ਕਰਨੀ ਹੈ, ਕਿਵੇਂ ਸਿੱਧ ਬਣੀਦਾ ਹੈ, ਸਾਰਾ ਜਿਹੜਾ ਭੇਦ ਉਸ ਅਨੂਨੀਆ ਜਿਹਦਾ ਚੇਲਾ ਬਣਿਆ, ਉਹਨੇ ਸਾਰਾ ਭੇਦ ਦੱਸ ਦਿੱਤਾ। ਕਹਿੰਦੇ ਜਿਵੇਂ ਉਹ ਆਪ ਸਿੱਧ ਸੀ ਨਾ, ਪੂਰੀ ਕਰਾਮਾਤਾਂ ਵਾਲਾ, ਉਸੇ ਤਰ੍ਹਾਂ ਆਪਣੇ ਬਰਾਬਰ ਇਹਨੂੰ ਕਲਾਵਾਨ ਕਰ ਦਿੱਤਾ। ਦੇਖੈ ਪੋਥੀ ਕਹੀ ਤਿਨ ਬਾਤ ਜਗਤ ਕਰੀ ਨਾ ਬਹੁ ਵਿਖ ਜਾਤ। ਇਹ ਪੋਥੀ ਦੇ ਕੇ ਕਹਿਣ ਲੱਗਿਆ, ਜਿਹੜਾ ਅਨੂਣੀਆ ਸੀ, ਕਹਿਣ ਲੱਗਿਆ ਇੱਕ ਗੱਲ ਦੱਸਾਂ ਤੈਨੂੰ। ਕਹਿੰਦਾ ਤੇਰੇ ਕੋਲ ਬਹੁਤ ਵੱਡਾ ਖਜ਼ਾਨਾ ਮੈਂ ਦੇ ਕੇ ਚੱਲਿਆ ਤੈਨੂੰ, ਇਹ ਗੱਲ ਦੱਸਾਂ। ਕਹਿੰਦੇ ਜਗਤ ਵਿੱਚ ਪ੍ਰਗਟ ਨਾ ਕਰੀ, ਕਿਸੇ ਨੂੰ ਤੰਗ ਨਾ ਪਰੇਸ਼ਾਨ ਨਾ ਕਰੀ, ਹੰਕਾਰ ਨਾ ਕਰੀ, ਕਿਉਂਕਿ ਬਹੁਤੀ ਵਿਦਿਆ ਦਾ ਹੰਕਾਰ ਵੀ ਬੰਦੇ ਨੂੰ ਮਾਰ ਦਿੰਦਾ ਜੀ। ਮੈਂ ਗਿਆਨੀ ਬਣ ਗਿਆ, ਮੈਂ ਤਕੜਾ ਇੱਕ ਪਾਠ ਕਰਨ ਵਾਲਾ ਬਣ ਗਿਆ, ਨਹੀਂ ਭਾਈ, ਹੰਕਾਰ ਆ ਨਾ ਜਿਹੜਾ ਉਹ ਮਾਰ ਦਿੰਦਾ। ਹੰਕਾਰ ਕਿਸੇ ਵੀ ਗੱਲ ਦਾ ਹੋਵੇ। ਇੱਥੇ ਕਹਿਣ ਲੱਗੇ ਰਤਨ ਸਿੰਘ ਜੀ ਲਿਖ ਰਹੇ ਨੇ, ਉਸ ਅਨੂਨੀਆ ਦਾ ਜਿਹੜਾ ਚੇਲਾ ਬਣਿਆ ਉਹ ਕਹਿਣ ਲੱਗਿਆ, ਦੇਖ ਭਾਈ ਨਰਾਇਣ ਦਾਸਾ, ਜਗਤ ਕਰੀ ਨਾ ਬਹੁ ਵਿਖਿਆਤ। ਕਹਿੰਦੇ ਪੋਥੀ ਨੂੰ ਜਗਤ ਵਿੱਚ ਪ੍ਰਗਟ ਨਾ ਕਰੀ, ਲੋੜ ਅਨੁਸਾਰ ਸੰਸਾਰ ਵਿੱਚ ਪ੍ਰਗਟ ਹੋਣਾ। ਉਹੀ ਨਾ ਕਿਤੇ ਆਪੋ ਆਪਣਾ ਵੀ ਮੇਰਾ ਨਾਮ ਬਣ ਜਾਏ, ਲੋਕ ਮੈਨੂੰ ਪੂਜਣ, ਲੋਕ ਮੇਰੇ ਪੈਰਾਂ ਤੇ ਡਿੱਗਣ, ਇਸ ਤਰ੍ਹਾਂ ਦੀ ਮਨ ਵਿੱਚ ਵਿਚਾਰ ਨਾ ਧਾਰੀ। ਗੋਪ ਰਹੈ ਤੋ ਰਹੈ ਹੈ ਪਾਸ ਪ੍ਰਗਟ ਕਰੈ ਤੋ ਲਹੈ ਜਾਏ ਸਾਸ। ਕਹਿੰਦੇ ਗੁਪਤ ਰਹੇਗਾ ਚੰਗੀ ਗੱਲ ਹੈ, ਜੇ ਪ੍ਰਗਟ ਹੋ ਗਿਆ ਤਾਂ ਕੁਛ ਨਹੀਂ ਰਹਿਣਾ। ਗੁਪਤ ਰਹੇਗਾ ਤਾਂ ਰਹਿ ਜਾਵੇਂਗਾ, ਜੇ ਪ੍ਰਗਟ ਹੋ ਗਿਆ ਤਾਂ ਤੇਰੀਆਂ ਕਰਾਮਾਤਾਂ, ਤੇਰੀਆਂ ਰੀਧੀਆਂ ਸਿੱਧੀਆਂ ਸਾਰੀਆਂ ਰੁਲ ਜਾਣਗੀਆਂ, ਇੱਥੇ ਰਹਿ ਜਾਣਗੀਆਂ। ਪ੍ਰਗਟ ਕਰੈ ਤਾਂ ਲਹਿ ਜਾਏ ਸਾਸ। ਕਹਿੰਦੇ ਜਿਸ ਨੂੰ ਪ੍ਰਗਟ ਕੀਤਾ ਨਾ, ਇਹ ਤੇਰੀ ਜਾਨ ਵੀ ਲੈ ਲਵੇਗੀ ਰੀਧੀ ਸਿੱਧੀ। ਪ੍ਰਗਟ ਨਾ ਕਰੀ, ਗੁਪਤ ਰੱਖ ਲਈ। ਇਹ ਗੱਲ ਕੌਣ ਕਹਿ ਰਿਹਾ? ਇਹ ਗੱਲ ਕਹਿ ਰਿਹਾ ਅਨੂਣੀਆ ਸਿੱਧ, ਜਿਹਦਾ ਨਰਾਇਣ ਦਾਸ ਚੇਲਾ ਬਣਦਾ ਹੈ। ਦੋਹਰਾ ਗੜ ਨਾਰੀ ਮਾਇਆ ਤੁਰਾ ਸ਼ਸਤਰ ਪਾਰਸ ਜੋਏ ਸਿੱਧ ਔਖਈ ਮੰਤਰ ਤੰਤਰ ਖੋਹਤ ਰਾਜੇ ਸੋਏ। ਕਹਿੰਦੇ ਹਨ ਗੜ ਦਾ ਅਰਥ ਹੁੰਦਾ ਜੀ ਕਿਲਾ। ਕਿਲਾ ਘਰ ਵਿੱਚ
ਚੰਗੀ ਇਸਤਰੀ ਹੋਵੇ, ਮਾਇਆ ਹੋਵੇ, ਤੁਰਦਾਰਥ ਨੂੰ ਚੰਗਾ ਘੋੜਾ ਹੋਵੇ ਕੋਲ, ਸ਼ਸਤਰ ਹਥਿਆਰ ਵਧੀਆ ਹੋਵੇ ਕੋਲ। ਕਹਿੰਦੇ ਪਾਰਸ ਜੋ ਲੋਹੇ ਤਾਂਬੇ ਆਦਿਕ ਨੂੰ ਸੋਨੇ ਬਣਾਉਣ ਵਾਲੀ ਵੱਟੀ ਹੋਵੇ ਜਿਹੜੀ, ਕਹਿੰਦੇ ਸਿੱਧ ਅਖੋ ਦੀ ਮੰਤਰ ਤੰਤਰ ਖੋਤ ਰਾਜੈ ਸੋਏ। ਕਹਿੰਦੇ ਕੋਈ ਸਿੱਧ ਰਸਾਇਣ ਆਦਿਕ ਦੇ ਜਾਣਨ ਵਾਲਾ, ਮੰਤਰ ਤੰਤਰ ਇਤਿਆਦਿਕ ਵਾਲਾ ਹੋਵੇ। ਰਾਜੇ ਵੇਖ ਕੇ ਉਹਨੂੰ ਖਤਰਾ ਮੰਨਦੇ ਨੇ ਕਿ ਪਾਰਸ ਦੀ ਪੱਟੀ ਇਹਦੇ ਕੋਲ ਹੈ, ਪਤਾ ਨਹੀਂ ਇਹ ਕਿੰਨੀਆਂ ਕੁ ਨੂੰ ਸੋਨੇ ਦੀ ਧਾਤ ਬਣਾ ਲਵੇਗਾ। ਇਹ ਇੱਕ ਉਦਾਹਰਨ ਦਿੱਤੀ ਹੈ। ਬੜੇ ਬੜੇ ਬਾਦਸ਼ਾਹ ਵੀ ਡਰਦੇ ਆ ਕਿਤੇ ਰਾਜ ਭਾਗ ਨਾ ਖੋਹ ਲਵੇ। ਇਸ ਤਰ੍ਹਾਂ ਉਹ ਜਿਹੜਾ ਉਹਦਾ ਅਨੂਨੀਆ ਸਮਝਾ ਰਿਹਾ ਉਹਨੂੰ ਸਾਰੀ ਗੱਲਬਾਤ। ਕਹਿੰਦੇ ਵੱਡੇ ਵੱਡੇ ਲੋਕ ਡਰਦੇ ਹਨ। ਚੌਪਈ ਸਾ ਪਾਸ਼ਾ ਨਾ ਛਾੜੈ ਗੈਲ, ਮਾਰੈ ਤੁਰਤ ਜਿੰਦ ਆਪਣੀ ਬੈਲ। ਕਹਿੰਦੇ ਵੱਡੇ ਵੱਡੇ ਸ਼ਾਹੂਕਾਰ, ਵੱਡੇ ਵੱਡੇ ਬਾਦਸ਼ਾਹ ਉਹਦਾ ਪਿੱਛਾ ਨਹੀਂ ਛੱਡਦੇ। ਫਿਰ ਮਹਾਤਮਾ ਜੀ ਪ੍ਰੇਮ ਕਰਦੇ ਆ, ਪਿਆਰ ਕਰਦੇ ਆ। ਮਾਰੈ ਤੁਰਤ ਜਿੰਦ ਆਪਣੀ ਭੈਲ। ਕਹਿੰਦੇ ਜਦੋਂ ਕੰਮ ਨਿਕਲ ਗਿਆ ਫਿਰ ਆਪਣੇ ਡਰ ਦੇ ਮਾਰੇ ਉਸ ਨੂੰ ਮਾਰ ਵੀ ਦਿੰਦੇ ਆ। ਬੜੇ ਬੜੇ ਸ਼ਾਹੂਕਾਰ ਰਾਜਿਆਂ ਦਾ ਕੰਮ ਇਹੀ ਹੁੰਦਾ ਜੀ, ਸਿਆਸੀ ਲੋਕਾਂ ਦਾ ਕੰਮ ਇਹੀ ਹੁੰਦਾ। ਹੁਣ ਸਾਰੀ ਗੱਲ ਇੱਥੋਂ ਦੋਹਰੇ ਤੋਂ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚੋਂ ਅੱਗੇ ਪ੍ਰਸੰਗ ਚੱਲੇਗਾ। ਹੁਣ ਮਹਾਰਾਜ ਗੋਦਾਵਰੀ ਦੇ ਕੰਢੇ ਪਹੁੰਚ ਰਹੇ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਹੁਣ ਇਹ ਗੱਲ ਚੱਲ ਰਹੀ ਸੀ ਜਿਹੜਾ ਨਰਾਇਣ ਦਾਸ ਕਿਵੇਂ ਰਿਧੀਆਂ ਸਿੱਧੀਆਂ ਉਹਦੇ ਕੋਲ ਆਈਆਂ, ਕਿਵੇਂ ਉਹ ਰਿੱਧ ਸਿੱਧੀਆਂ ਵਰਤਦਾ, ਉਹ ਸਾਰੀ ਗੱਲ ਆਪਾਂ ਵਿਚਾਰ ਰਹੇ ਸੀ। ਜਦੋਂ ਮਹਾਰਾਜ ਨਾਲ ਮਿਲਾਪ ਹੁੰਦਾ ਹੈ ਨਰਾਇਣ ਦਾਸ ਦਾ, ਫਿਰ ਕਿਵੇਂ ਮਹਾਰਾਜ ਮਾਧੋ ਦਾਸ ਵਿਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾਉਣਗੇ, ਉਹ ਸਾਰੀ ਕਥਾ ਵਿਚਾਰ ਅਗਲੇਰੇ ਪ੍ਰਸੰਗ ਵਿੱਚ ਵਿਚਾਰਾਂਗੇ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।